ਨਿੱਕੀਆਂ ਜਿੰਦਾਂ ਵੱਡਾ ਸਾਕਾ। ਮਾਤਾ ਗੁਜਰੀ ਜੀ, ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟੀ-ਕੋਟੀ ਪ੍ਰਣਾਮ। ਸਾਹਿਬੇ ਕਮਾਲ ਸਰਬੰਸ ਦਾਨੀ ਅੰਮ੍ਰਿਤ ਦੇ ਦਾਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਅਤੇ ਮਨੁੱਖੀ ਜਾਮੇ ਵਿੱਚ ਆਖਰੀ ਗੁਰੂ ਸਨ। ਉਹਨਾਂ ਖਾਲਸਾ ਪੰਥ ਵਜੋਂ ਜਾਣੇ ਜਾਂਦੇ ਉੱਚ ਸਿਧਾਂਤਕ, ਵਚਨਬੱਧ, ਸੁਹਿਰਦ, ਸਮਰਪਿਤ ਅਤੇ ਅਨੁਸ਼ਾਸਿਤ ਸੰਤ ਸਿਪਾਹੀਆਂ ਦੀ ਕੌਮ ਦੀ ਸਿਰਜਣਾ ਕਰਕੇ ਅਤੇ ਧਾਰਮਿਕ ਆਜ਼ਾਦੀ, ਬਰਾਬਰੀ, ਨਿਆਂ ਅਤੇ ਸਾਰਿਆਂ ਲਈ ਸਤਿਕਾਰ ਲਈ ਲੜਦੇ ਹੋਏ ਆਪਣਾ ਸਰਬੰਸ ਵਾਰ ਕੇ ਇਤਿਹਾਸ ਨੂੰ ਨਵਾਂ ਰੂਪ ਦਿੱਤਾ। ਇਹ ਕਿਤਾਬ ਬੱਚਾ ਉਹਨਾਂ ਦੇ ਦੋ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਉਮਰ 9 ਸਾਲ ਅਤੇ ਬਾਬਾ ਫਤਿਹ ਸਿੰਘ ਉਮਰ 7 ਸਾਲ ਦੁਆਰਾ ਸੰਨ 1704 ਵਿੱਚ ਸਰਹੰਦ ਵਿਖੇ ਦਿੱਤੀਆਂ ਗਈਆਂ ਮਹਾਨ ਕੁਰਬਾਨੀਆਂ ਨਾਲ ਸੰਬੰਧਿਤ ਹੈ। ਘਟਨਾਵਾਂ ਦਾ ਕ੍ਰਮ ਕੁਝ ਇਸ ਤਰ੍ਹਾਂ ਹੈ। ਗੁਰੂ ਗੋਬਿੰਦ ਸਿੰਘ ਜੀ ਤੇ ਬਹਾਦਰ ਸਿੱਖਾਂ ਅਤੇ ਮੁਗਲ ਫੌਜਾਂ ਵਿਚਕਾਰ ਅਨੰਦਪੁਰ ਸਾਹਿਬ ਦੀ ਦੂਜੀ ਭਿਆਨਕ ਜੰਗ ਅਤੇ ਨਤੀਜੇ ਵਜੋਂ ਆਨੰਦਗੜ੍ਹ ਕਿਲੇ ਦੀ ਘੇਰਾਬੰਦੀ ਲਗਭਗ 8 ਮਹੀਨੇ ਜਾਰੀ ਰਹੀ। ਫਿਰ ਗਊ ਦੀ ਸਹੁੰ ਖਾ ਕੇ ਪਹਾੜੀ ਰਾਜਿਆਂ ਨੇ ਅਤੇ ਪਵਿੱਤਰ ਕੁਰਾਨ ਦੀ ਸਹੁੰ ਖਾ ਕੇ ਬਾਦਸ਼ਾਹ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸੁਨੇਹਾ ਭੇਜਿਆ ਕਿ ਜੇ ਉਹ ਆਪਣਾ ਕਿਲਾ ਖਾਲੀ ਕਰ ਦਿੰਦੇ ਹਨ ਤਾਂ ਉਹਨਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਬਾਹਰ ਜਾਣ ਲਈ ਸੁਰੱਖਿਅਤ ਰਸਤਾ ਦੇ ਦਿੱਤਾ ਜਾਵੇਗਾ। ਭਾਵੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਦੀ ਸਹੁੰਆਂ ਤੇ ਕੋਈ ਭਰੋਸਾ ਨਹੀਂ ਸੀ, ਫਿਰ ਵੀ ਉਹਨਾਂ ਦੀ ਇਮਾਨਦਾਰੀ ਨੂੰ ਪਰਖਣ ਲਈ ਉਹ ਕਿਲਾ ਖਾਲੀ ਕਰਨ ਲਈ ਤਿਆਰ ਹੋ ਗਏ। ਪਰ ਜਿਵੇਂ ਹੀ ਗੁਰੂ ਸਾਹਿਬ ਅਤੇ ਉਹਨਾਂ ਦੇ ਸਿੱਖ ਕਿਲੇ ਤੋਂ ਬਾਹਰ ਆਏ, ਮੁਗਲ ਫੌਜ ਨੇ ਹਮਲਾ ਕਰਕੇ ਉਹਨਾਂ ਦਾ ਪਿੱਛਾ ਕੀਤਾ। ਸਰਸਾ ਨਦੀ ਜੋ ਉਸ ਸਮੇਂ ਹੜ੍ਹ ਵਿੱਚ ਸੀ, ਉਸ ਦੇ ਕੰਢੇ ਭਿਆਨਕ ਜੰਗ ਹੋਈ। ਗੁਰੂ ਜੀ ਦੇ ਸਿਪਾਹੀ ਬਹਾਦਰੀ ਨਾਲ ਲੜੇ ਅਤੇ ਉਹਨਾਂ ਵਿੱਚੋਂ ਹਰੇਕ ਨੇ ਕਈ ਮੁਗਲ ਸਿਪਾਹੀਆਂ ਨੂੰ ਮਾਰ ਮੁਕਾਇਆ। ਫਿਰ ਵੀ ਗੁਰੂ ਜੀ ਦਾ ਭਾਰੀ ਨੁਕਸਾਨ ਹੋਇਆ। ਇਸ ਭਿਆਨਕ ਜੰਗ ਵਿੱਚ ਗੁਰੂ ਜੀ ਦਾ ਸਾਰਾ ਪਰਿਵਾਰ ਇੱਕ ਦੂਜੇ ਤੋਂ ਵਿਛੜ ਗਿਆ। ਉਹਨਾਂ ਦੇ ਮਹਿਲ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਨੂੰ ਭਾਈ ਮਨੀ ਸਿੰਘ ਨਾਲ ਦਿੱਲੀ ਭੇਜ ਦਿੱਤਾ ਗਿਆ। ਗੁਰੂ ਜੀ ਦੇ ਦੋ ਵੱਡੇ ਸਪੁੱਤਰਾਂ ਸ਼ਹਿਬਜ਼ਾਦਾ ਬਾਬਾ ਅਜੀਤ ਸਿੰਘ ਅਤੇ ਸ਼ਹਿਬਜ਼ਾਦਾ ਬਾਬਾ ਜੁਝਾਰ ਸਿੰਘ ਨੇ ਆਪਣੇ ਪਿਤਾ ਨਾਲ ਸਰਸਾ ਨਦੀ ਨੂੰ ਪਾਰ ਕੀਤਾ ਅਤੇ ਰੋਪੜ ਵਿੱਚ ਰਾਤ ਕੱਟਣ ਤੋਂ ਬਾਅਦ ਉਹ ਚਮਕੌਰ ਸਾਹਿਬ ਦੇ ਗੜੀ ਵਰਗੇ 2 ਮੰਜ਼ਿਲਾ ਘਰ ਜਾਂ ਹਵੇਲੀ ਵਿੱਚ ਪਹੁੰਚ ਗਏ। ਉਹਨਾਂ ਦੇ ਦੋ ਛੋਟੇ ਸਪੁੱਤਰ ਸ਼ਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਅਤੇ ਸ਼ਹਿਬਜ਼ਾਦਾ ਬਾਬਾ ਫਤਿਹ ਸਿੰਘ ਆਪਣੀ ਦਾਦੀ ਮਾਂ ਗੁਜਰੀ ਜੀ ਨਾਲ ਚਲੇ ਗਏ। ਸਰਸਾ ਨਦੀ ਦੇ ਕੰਢੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸਾਨੂੰ ਘਟਨਾਵਾਂ ਦੇ ਇਸ ਦੁਖਦਾਈ ਮੋੜ ਦੀ ਯਾਦ ਦਿਵਾਉਂਦਾ ਹੈ। ਸੰਘਣੇ ਜੰਗਲ ਵਿੱਚ ਅਣਜਾਣ ਰਾਹਾਂ ਨੂੰ ਪਛਾੜਦੇ ਹੋਏ ਉਹ ਅਣਜਾਣ ਮੰਜ਼ਿਲ ਵੱਲ ਵੱਧ ਰਹੇ ਸਨ। ਰਸਤੇ ਵਿੱਚ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਗੁਰੂ ਜੀ ਦੇ ਬਹਾਦਰ ਸ਼ਹਿਬਜ਼ਾਦਿਆਂ ਨੂੰ ਉਹਨਾਂ ਦਾ ਕੋਈ ਡਰ ਨਹੀਂ ਸੀ। ਗੁਰਬਾਣੀ ਦੇ ਪਵਿੱਤਰ ਸ਼ਬਦਾਂ ਨੂੰ ਦੁਹਰਾਉਂਦੇ ਹੋਏ ਅਤੇ ਆਪਣੀ ਬਜ਼ੁਰਗ ਦਾਦੀ ਮਾਂ ਪਾਸੋਂ ਸਿੱਖ ਇਤਿਹਾਸ ਵਿੱਚੋਂ ਪ੍ਰੇਰਨਾਦਾਇਕ ਕਹਾਣੀਆਂ ਸੁਣਦੇ ਹੋਏ ਉਹ ਅੱਗੇ ਵਧਦੇ ਰਹੇ। ਇਸ ਤਰ੍ਹਾਂ ਉਹਨਾਂ ਲਈ ਆਪਣੇ ਰਾਹ ਤੁਰਨਾ ਆਸਾਨ ਹੋ ਗਿਆ। ਮਾਤਾ ਗੁਜਰੀ ਜੀ ਆਪਣੇ ਦੋਵੇਂ ਪੋਤਰਿਆਂ ਨਾਲ ਲੰਬੀ ਦੂਰੀ ਕਿਸ਼ਤੀ ਚਾਲਕ ਦੀ ਝੌਂਪੜੀ ਤੇ ਬਾਹਰ ਪਹੁੰਚ ਗਏ। ਉਸ ਦਾ ਅਸਲੀ ਨਾਮ ਕਰੀਮ ਬਖਸ਼ ਸੀ ਅਤੇ ਉਹ ਪੇਸ਼ੇ ਵਜੋਂ ਇੱਕ ਮਾਸ਼ਕੀ ਸੀ। ਉਹਨਾਂ ਨੂੰ ਦੇਖ ਕੇ ਉਹ ਝੱਟ ਆਪਣੀ ਝੌਂਪੜੀ ਤੋਂ ਬਾਹਰ ਆਇਆ ਅਤੇ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕੀਤੀ, ਮੇਰੇ ਧੰਨ ਭਾਗ, ਕਿਰਪਾ ਕਰਕੇ ਇਸ ਗਰੀਬ ਦੀ ਝੌਂਪੜੀ ਵਿੱਚ ਰਾਤ ਕੱਟੋ। ਮਾਤਾ ਗੁਜਰੀ ਜੀ ਅਤੇ ਉਹਨਾਂ ਦੇ ਪੋਤਰੇ ਕੁੰਮੇ ਦੀ ਸ਼ਰਧਾ ਭਾਵਨਾ ਤੋਂ ਪ੍ਰਸੰਨ ਹੋਏ। ਇਸ ਤੋਂ ਇਲਾਵਾ ਹਨੇਰਾ ਹੋ ਰਿਹਾ ਸੀ, ਇਸ ਲਈ ਉਹਨਾਂ ਨੇ ਉਸ ਦੀ ਝੌਂਪੜੀ ਵਿੱਚ ਰਾਤ ਰਹਿਣਾ ਬਿਹਤਰ ਸਮਝਿਆ। ਕੁੰਮਾ ਦੇ ਪਿੰਡ ਚੱਕ ਢੇਰਾ ਦੀ ਰਹਿਣ ਵਾਲੀ ਲక్ష్ਮੀ ਨਾਂ ਦੀ ਇੱਕ ਔਰਤ ਨੇ ਉਸ ਦੇ ਘਰ ਵਿੱਚ ਜੋ ਕੁਝ ਵੀ ਸੀ ਉਸ ਨਾਲ ਉਹਨਾਂ ਦੀ ਸੇਵਾ ਕੀਤੀ ਅਤੇ ਉਹਨਾਂ ਨੇ ਪਰਮਾਤਮਾ ਦਾ ਨਾਮ ਲੈ ਕੇ ਉਸ ਨੂੰ ਪੂਰੇ ਪ੍ਰੇਮ ਸਹਿਤ ਛਕ ਲਿਆ। ਦੂਜੇ ਦਿਨ ਗੁਰੂ ਘਰ ਦਾ ਸਾਬਕਾ ਰਸੋਈਆ ਗੰਗੂ, ਜਿਸ ਨੂੰ ਕਿਸੇ ਤਰ੍ਹਾਂ ਉਹਨਾਂ ਦੀ ਝੋਪੜੀ ਵਿੱਚ ਰਹਿਣ ਬਾਰੇ ਪਤਾ ਲੱਗ ਗਿਆ ਸੀ, ਉਹ ਉੱਥੇ ਆਇਆ ਅਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਾਤਾ ਜੀ, ਕਿਰਪਾ ਕਰਕੇ ਮੇਰੇ ਨਾਲ ਚਲੋ ਮੇਰੇ ਪਿੰਡ ਖੇੜੀ ਨੂੰ। ਉੱਥੇ ਤੁਸੀਂ ਪੂਰੀ ਤਰ੍ਹਾਂ ਆਰਾਮਦਾਇਕ ਹੋਵੋਗੇ ਅਤੇ ਕਿਸੇ ਨੂੰ ਤੁਹਾਡੇ ਉੱਥੇ ਹੋਣ ਬਾਰੇ ਪਤਾ ਵੀ ਨਹੀਂ ਲੱਗੇਗਾ। ਮਾਤਾ ਗੁਜਰੀ ਜੀ ਨੂੰ ਚੁੱਪ ਦੇਖ ਕੇ ਗੰਗੂ ਕਹਿਣ ਲੱਗਿਆ, ਤੁਹਾਨੂੰ ਮੇਰੇ ਤੇ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਹੈ। ਇਹ ਸ਼ਬਦ ਸੁਣ ਕੇ ਮਾਤਾ ਗੁਜਰੀ ਜੀ ਨੇ ਗੰਗੂ ਦੇ ਨਾਲ ਜਾਣ ਦਾ ਫੈਸਲਾ ਕੀਤਾ। ਉਹਨਾਂ ਕੋਲ ਜੋ ਕੁਝ ਸੀ ਉਹ ਇੱਕ ਖੱਚਰ ਦੀ ਪਿੱਠ ਤੇ ਲੱਦ ਕੇ ਉਹ ਉਸ ਦੇ ਪਿੰਡ ਵੱਲ ਤੁਰ ਪਏ। ਰਸਤੇ ਵਿੱਚ ਛੋਟੇ ਸ਼ਹਿਬਜ਼ਾਦੇ ਆਪਣੀ ਦਾਦੀ ਮਾਂ ਨੂੰ ਕਈ ਤਰ੍ਹਾਂ ਦੇ ਸਵਾਲ ਪੁੱਛਦੇ ਰਹੇ, ਕਦੇ ਆਪਣੇ ਪਿਤਾ ਬਾਰੇ ਅਤੇ ਕਦੇ ਆਪਣੇ ਵੱਡੇ ਭਰਾਵਾਂ ਬਾਰੇ। ਸ਼ਾਮ ਨੂੰ ਜਦੋਂ ਉਹ ਗੰਗੂ ਦੇ ਘਰ ਪਹੁੰਚੇ, ਉਸ ਸਮੇਂ ਕਾਫੀ ਹਨੇਰਾ ਹੋ ਚੁੱਕਿਆ ਸੀ। ਮਾਤਾ ਗੁਜਰੀ ਜੀ ਨੇ ਆਪਣੀਆਂ ਚੀਜ਼ਾਂ ਉਸ ਕਮਰੇ ਵਿੱਚ ਰੱਖ ਦਿੱਤੀਆਂ ਜਿੱਥੇ ਉਹਨਾਂ ਨੇ ਰਾਤ ਨੂੰ ਆਰਾਮ ਕਰਨਾ ਸੀ। ਦੋਵੇਂ ਸਾਹਿਬਜ਼ਾਦਿਆਂ ਨੂੰ ਰਾਤ ਲਈ ਕੱਪੜੇ ਬਦਲ ਕੇ ਉਹਨਾਂ ਦੇ ਬਿਸਤਰੇ ਤੇ ਬਿਠਾਇਆ ਗਿਆ। ਤਿੰਨਾਂ ਨੇ ਰਹਿਰਾਸ ਸਾਹਿਬ ਦਾ ਜਾਪ ਕੀਤਾ। ਜਦੋਂ ਇਹ ਖਤਮ ਹੋ ਗਿਆ, ਦਾਦੀ ਮਾਂ ਨੇ ਆਪਣੇ ਦੋਵੇਂ ਪੋਤਰਿਆਂ ਨੂੰ ਘੁੱਟ ਕੇ ਜੱਫੀ ਪਾਈ, ਉਹਨਾਂ ਨੂੰ ਭਰਪੂਰ ਅਸੀਸ ਦਿੱਤੀ ਅਤੇ ਫਿਰ ਸਾਰੇ ਸੌਣ ਲਈ ਲੇਟ ਗਏ। ਦੇਰ ਰਾਤ ਗੰਗੂ ਉਹਨਾਂ ਦੇ ਕਮਰੇ ਵਿੱਚ ਦੱਬਵੇਂ ਪੈਰੀਂ ਆਇਆ
ਅਤੇ ਮਾਤਾ ਗੁਜਰੀ ਜੀ ਨੂੰ ਸੁੱਤੇ ਪਏ ਵੇਖ ਕੇ ਉਸਨੇ ਮੰਜੇ ਹੇਠੋਂ ਉਹਨਾਂ ਦਾ ਬੈਗ ਕੱਢਿਆ। ਉਸ ਦੀ ਫਰੋਲਾ ਫਰਾਲੀ ਕਰਨ ਤੇ ਬੈਗ ਵਿੱਚੋਂ ਮਿਲੀ ਸੋਨੇ ਦੀਆਂ ਮੋਹਰਾਂ ਦੀ ਥੈਲੀ ਚੁੱਕ ਕੇ ਖਿਸਕਿਆ। ਮਾਤਾ ਜੀ ਨੂੰ ਖੜਾਕ ਸੁਣਾਈ ਦਿੱਤਾ ਅਤੇ ਗੰਗੂ ਦੇ ਕਮਰੇ ਵਿੱਚ ਦਖਲ ਹੋਣ ਦਾ ਪਤਾ ਲੱਗਿਆ, ਪਰ ਉਹਨਾਂ ਨੇ ਕੋਈ ਸ਼ਬਦ ਨਹੀਂ ਬੋਲਿਆ। ਅਗਲੀ ਸਵੇਰ ਜਦ ਮਾਤਾ ਜੀ ਉੱਠੇ ਤਾਂ ਉਹਨਾਂ ਨੇ ਗੰਗੂ ਨੂੰ ਪੁੱਛਿਆ, ਘਰ ਦਾ ਮੁੱਖ ਦਰਵਾਜ਼ਾ ਬੰਦ ਹੋਣ ਦੇ ਬਾਵਜੂਦ ਮੇਰਾ ਸਾਰਾ ਸਮਾਨ ਖਿਲਰਿਆ ਪਿਆ ਹੈ, ਮੇਰੀਆਂ ਸੋਨੇ ਦੀਆਂ ਮੋਹਰਾਂ ਕਿੱਥੇ ਹਨ? ਗੰਗੂ ਬੇਚੈਨੀ ਨਾਲ ਇੱਧਰ ਉੱਧਰ ਦੇਖਣ ਦਾ ਦਿਖਾਵਾ ਕਰ ਰਿਹਾ ਸੀ। ਫਿਰ ਬਿਨਾਂ ਕੋਈ ਸ਼ਬਦ ਬੋਲੇ ਉਹ ਬਾਹਰ ਚਲਾ ਗਿਆ ਅਤੇ ਉੱਚੀ ਆਵਾਜ਼ ਵਿੱਚ ਰੌਲਾ ਪਾਉਣ ਲੱਗਾ, ਮੇਰੇ ਘਰ ਵਿੱਚ ਚੋਰੀ, ਲੋਕੋ, ਆਓ ਮਾਤਾ ਗੁਜਰੀ ਦਾ ਸਮਾਨ ਚੋਰੀ ਹੋ ਗਿਆ। ਮਾਤਾ ਜੀ ਨੇ ਗੰਗੂ ਨੂੰ ਅੰਦਰ ਬੁਲਾਇਆ ਅਤੇ ਕਿਹਾ, ਦੇਖ ਗੰਗੂ, ਅਜਿਹਾ ਰੌਲਾ ਪਾਉਣਾ ਠੀਕ ਨਹੀਂ ਹੈ। ਤੂੰ ਸੋਨੇ ਦੇ ਸਿੱਕੇ ਆਪਣੇ ਕੋਲ ਰੱਖ ਸਕਦਾ ਹੈ, ਤੈਨੂੰ ਇਹ ਵਾਪਸ ਕਰਨ ਲਈ ਕਿਸ ਨੇ ਕਿਹਾ ਹੈ? ਇਹ ਸੁਣ ਕੇ ਗੰਗੂ ਨੇ ਗੁੱਸੇ ਨਾਲ ਜਵਾਬ ਦਿੱਤਾ, ਕੈਸੀ ਬੇਇਨਸਾਫੀ ਹੈ, ਮੈਂ ਤੁਹਾਨੂੰ ਆਪਣੇ ਘਰ ਵਿੱਚ ਪਨਾਹ ਦਿੱਤੀ ਹੈ ਅਤੇ ਤੁਸੀਂ ਮੇਰੇ ਤੇ ਚੋਰੀ ਦਾ ਇਲਜ਼ਾਮ ਲਗਾ ਰਹੇ ਹੋ। ਮਾਤਾ ਗੁਜਰੀ ਨੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਉੱਚੀ ਉੱਚੀ ਬੋਲਦਿਆਂ ਘਰੋਂ ਬਾਹਰ ਨਿਕਲ ਗਿਆ ਅਤੇ ਸਿੱਧਾ ਮੋਰਿੰਡਾ ਕੋਤਵਾਲੀ ਵਿੱਚ ਪਹੁੰਚ ਗਿਆ। ਅੰਦਰ ਜਾ ਕੇ ਉਸਨੇ ਮੌਜੂਦ ਕੋਤਵਾਲ ਨੂੰ ਸਲਾਮ ਕੀਤਾ ਅਤੇ ਹੌਲੀ-ਹੌਲੀ ਉਸ ਨੂੰ ਕਿਹਾ, ਮੈਂ ਤੁਹਾਨੂੰ ਇੱਕ ਗੁਪਤ ਸੂਚਨਾ ਦੇਣ ਆਇਆ ਹਾਂ। ਹਾਂ ਦੱਸ ਗੰਗੂ, ਤੇਰੇ ਕੋਲ ਮੈਨੂੰ ਦੇਣ ਲਈ ਕਿਹੜੀ ਗੁਪਤ ਸੂਚਨਾ ਹੈ? ਪੁਲਿਸ ਅਫਸਰ ਨੇ ਪੁੱਛਿਆ। ਗੰਗੂ ਨੇ ਕਿਹਾ, ਜਨਾਬ, ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਅਤੇ ਉਹਨਾਂ ਦੇ 2 ਛੋਟੇ ਪੁੱਤਰ ਮੇਰੇ ਘਰ ਵਿੱਚ ਛੁਪੇ ਹੋਏ ਹਨ। ਇਹ ਸੁਣ ਕੇ ਪੁਲਿਸ ਅਫਸਰ ਬਹੁਤ ਪ੍ਰਸੰਨ ਹੋਇਆ। ਉਸਨੇ ਤੁਰੰਤ ਆਪਣੇ ਕੁਝ ਸਿਪਾਹੀਆਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਗੰਗੂ ਨਾਲ ਭੇਜ ਦਿੱਤਾ। ਤਿੰਨਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਲਿਆਉਣ ਦਾ ਹੁਕਮ ਦਿੱਤਾ। ਜਦੋਂ ਕੋਤਵਾਲ ਦੁਆਰਾ ਭੇਜੇ ਗਏ ਪੁਲਿਸ ਦੇ ਸਿਪਾਹੀ ਗੰਗੂ ਦੇ ਘਰ ਪਹੁੰਚੇ ਤਾਂ ਕੁਝ ਗਵਾਂਢੀ ਇਹ ਦੇਖਣ ਲਈ ਉਤਸੁਕ ਹੋਏ ਕਿ ਉੱਥੇ ਕੀ ਹੋ ਰਿਹਾ ਹੈ। ਪੁਲਿਸ ਵਾਲੇ ਤੇਜ਼ੀ ਨਾਲ ਕਮਰੇ ਵਿੱਚ ਦਾਖਲ ਹੋਏ ਅਤੇ ਮਾਤਾ ਜੀ ਅਤੇ ਦੋਨਾਂ ਸਾਹਿਬਜ਼ਾਦਿਆਂ ਨੂੰ ਪਲੰਘ ਤੇ ਸ਼ਾਂਤੀ ਨਾਲ ਬੈਠੇ ਦੇਖ ਕੇ ਹੈਰਾਨ ਹੋਏ। ਫਿਰ ਉਹਨਾਂ ਨੇ ਮਾਤਾ ਜੀ ਨੂੰ ਕਿਹਾ ਕਿ ਕੋਤਵਾਲ ਸਾਹਿਬ ਦੇ ਹੁਕਮਾਂ ਅਨੁਸਾਰ ਉਹ ਉਹਨਾਂ ਦੇ ਨਾਲ ਥਾਣੇ ਚੱਲਣ। ਮਾਤਾ ਜੀ ਨੇ ਆਪਣੇ ਦੋਨਾਂ ਪੋਤਰਿਆਂ ਨੂੰ ਗਲੇ ਲਗਾਉਂਦਿਆਂ ਕਿਹਾ, ਆਓ ਮੇਰੇ ਬੱਚਿਓ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੇ ਪਹਿਲਾਂ ਹੀ ਆਪਣੇ ਆਪ ਨੂੰ ਇਸ ਲਈ ਤਿਆਰ ਕਰ ਲਿਆ ਸੀ ਅਤੇ ਜਾਣ ਲਈ ਤਿਆਰ ਖੜੇ ਸਨ। ਇਸ ਲਈ ਤਿੰਨੋਂ ਪੁਲਿਸ ਵਾਲਿਆਂ ਨਾਲ ਤੁਰਨ ਲੱਗੇ। ਇਸ ਦੌਰਾਨ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ। ਗੰਗੂ ਨੀਵੀਂ ਪਾਈ ਇੱਕ ਪਾਸੇ ਚੁੱਪਚਾਪ ਖੜਾ ਸੀ ਤੇ ਲੋਕ ਉਸ ਵੱਲ ਉਂਗਲਾਂ ਚੱਕ ਰਹੇ ਸਨ। ਇੱਕ ਔਰਤ ਕਹਿ ਰਹੀ ਸੀ, ਕੀ ਤੁਸੀਂ ਇਸ ਨਾਸ਼ੁਕਰੇ ਬੰਦੇ ਦੀ ਕਰਤੂਤ ਦੇਖ ਰਹੇ ਹੋ? ਪਹਿਲਾਂ ਉਹ ਉਹਨਾਂ ਨੂੰ ਆਪਣੇ ਘਰ ਲੈ ਆਇਆ ਅਤੇ ਫਿਰ ਉਹਨਾਂ ਬਾਰੇ ਪੁਲਿਸ ਨੂੰ ਸੂਚਨਾ ਦੇ ਦਿੱਤੀ। ਇੱਕ ਹੋਰ ਵਿਅਕਤੀ ਕਹਿ ਰਿਹਾ ਸੀ, ਇਹਨਾਂ ਮਾਸੂਮ ਬੱਚਿਆਂ ਨੇ ਸਰਕਾਰ ਦਾ ਕੀ ਨੁਕਸਾਨ ਕੀਤਾ ਹੈ? ਇੱਕ ਹੋਰ ਕਹਿ ਰਿਹਾ ਸੀ, ਕੀ ਤੁਸੀਂ ਉਹਨਾਂ ਦੀ ਦਾਦੀ ਦੇ ਚਿਹਰੇ ਦੀ ਚਮਕ ਵੇਖ ਰਹੇ ਹੋ? ਉੱਥੇ ਮੌਜੂਦ ਲੋਕਾਂ ਨੂੰ ਦੇਖਦਿਆਂ ਹੀ ਪੁਲਿਸ ਵਾਲੇ ਤਿੰਨਾਂ ਨੂੰ ਆਪਣੇ ਨਾਲ ਲੈ ਗਏ, ਜਦਕਿ ਲੋਕ ਹੈਰਾਨ ਹੋ ਰਹੇ ਸਨ। ਰਾਤ ਸਮੇਂ ਉਹਨਾਂ ਨੂੰ ਮੋਰਿੰਡਾ ਥਾਣੇ ਦੀ ਹਵਾਲਾਤ ਵਿੱਚ ਰੱਖਿਆ ਗਿਆ। ਸ਼ਾਂਤੀ ਦੀ ਮੂਰਤ ਮਾਤਾ ਗੁਜਰੀ ਜੀ ਨੇ ਆਪਣੇ ਦੋਵਾਂ ਬੱਚਿਆਂ ਨੂੰ ਬੜੇ ਪਿਆਰ ਨਾਲ ਦਿਲਾਸਾ ਦਿੱਤਾ। ਹਰ ਸਮੇਂ ਉਹਨਾਂ ਨੂੰ ਆਪਣੇ ਨੇੜੇ ਰੱਖਿਆ ਅਤੇ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਦੇ ਬਹਾਦਰੀ ਦੇ ਭਰੇ ਕਾਰਨਾਮਿਆਂ ਬਾਰੇ ਦੱਸਿਆ। ਉਹਨਾਂ ਨੇ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀਆਂ ਲਾਸਾਨੀ ਸ਼ਹਾਦਤਾਂ ਦੀਆਂ ਕਹਾਣੀਆਂ ਵੀ ਸੁਣਾਈਆਂ। ਤਿੰਨਾਂ ਨੇ ਰਹਿਰਾਸ ਸਾਹਿਬ ਦਾ ਪਾਠ ਕੀਤਾ ਅਤੇ ਕੀਰਤਨ ਸੋਲਾ ਦਾ ਪਾਠ ਕੀਤਾ। ਫਿਰ ਉਹ ਹਵਾਲਾਤ ਦੀ ਕੋਠੜੀ 'ਚ ਪਹਿਲਾਂ ਤੋਂ ਹੀ ਪਈ ਚਟਾਈ 'ਤੇ ਸੌਂ ਗਏ। ਅਗਲੇ ਦਿਨ ਤੜਕੇ ਤਿੰਨਾਂ ਨੂੰ ਇੱਕ ਬੈਲ ਗੱਡੀ ਰਾਹੀਂ ਥਾਣਾ ਬੱਸੀ ਪਠਾਣਾ ਲਿਜਾਇਆ ਗਿਆ, ਜਿੱਥੋਂ ਉਹਨਾਂ ਨੂੰ ਸਰਹੰਦ ਲਿਜਾਇਆ ਗਿਆ। ਲੋਕ ਹੈਰਾਨੀ ਨਾਲ ਇੱਕ ਦੂਜੇ ਨੂੰ ਪੁੱਛ ਰਹੇ ਸਨ ਕਿ ਇੰਨੀ ਬਜ਼ੁਰਗ ਔਰਤ ਅਤੇ ਮਾਸੂਮ ਬੱਚਿਆਂ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਹੈ। ਉਹ ਜਿਸ ਵੀ ਗਲੀ 'ਚੋਂ ਲੰਘੇ, ਵੱਡੀ ਗਿਣਤੀ ਵਿੱਚ ਲੋਕ ਘਰਾਂ ਤੋਂ ਬਾਹਰ ਆ ਗਏ। ਬਹਾਦਰ ਅਤੇ ਨਿਡਰ ਸਾਹਿਬਜ਼ਾਦਿਆਂ ਨੂੰ ਵੇਖ ਕੇ ਲੋਕ ਆਖ ਰਹੇ ਸਨ, ਇਹ ਤਾਂ ਬਹਾਦਰ ਪਿਤਾ ਦੇ ਬਹਾਦਰ ਪੁੱਤਰ ਹਨ। ਵੱਖ-ਵੱਖ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਦਿਆਂ ਸੁਣ ਕੇ ਪੁਲਿਸ ਵਾਲੇ ਸ਼ਰਮਿੰਦਾ ਹੁੰਦੇ ਅਤੇ ਤੇਜ਼ੀ ਨਾਲ ਤੁਰਨ ਦੀ ਕੋਸ਼ਿਸ਼ ਕਰਦੇ। ਬੈਲ ਗੱਡੀ ਵਾਲਾ ਵੀ ਆਪਣੇ ਬਲਦਾਂ ਨੂੰ ਤੇਜ਼ੀ ਨਾਲ ਅੱਗੇ ਤੁਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਜੋ ਉਹ ਜਲਦੀ ਤੋਂ ਜਲਦੀ ਸਰਹੰਦ ਪਹੁੰਚ ਸਕਣ। ਸਰਹੰਦ ਵਿੱਚ ਉਹਨਾਂ ਨੂੰ ਇੱਕ ਅਜਿਹੇ ਬੁਰਜ ਵਿੱਚ ਕੈਦ ਕੀਤਾ ਗਿਆ ਜਿਸ ਨੂੰ ਠੰਡਾ ਬੁਰਜ ਕਿਹਾ ਜਾਂਦਾ ਸੀ। ਯਾਦ ਰਹੇ, ਇਹ ਦਸੰਬਰ ਦੇ ਸਭ ਤੋਂ ਠੰਡੇ ਦਿਨ ਸਨ। ਹੁਣ ਇਸ ਅਸਥਾਨ ਤੇ ਗੁਰਦੁਆਰਾ ਠੰਡਾ ਬੁਰਜ ਸਾਹਿਬ ਸੁਸ਼ੋਭਿਤ ਹੈ। ਇੱਥੇ ਭਾਈ ਮੋਤੀ ਰਾਮ ਮਹਿਰਾ ਨਾਮ ਦੇ ਇੱਕ ਜਲ ਸੇਵਕ ਨੇ ਉਹਨਾਂ ਨੂੰ ਚੋਰੀ ਛਿਪੇ ਗਰਮ ਦੁੱਧ ਪਿਲਾਇਆ, ਭਾਵੇਂ ਇਸ ਨਾਲ ਉਸ ਦੀ ਆਪਣੀ ਅਤੇ ਉਸ ਦੇ ਪਰਿਵਾਰ ਦੀ ਜਾਨ ਨੂੰ ਖਤਰਾ ਸੀ। ਗੁਰਦੁਆਰਾ ਬਾਬਾ ਮੋਤੀ ਰਾਮ ਮਹਿਰਾ ਰੋਜ਼ਾ ਸ਼ਰੀਫ ਦੇ ਬਿਲਕੁਲ ਸਾਹਮਣੇ ਗੁਰੂ ਸਾਹਿਬ ਦੇ ਇਸ ਸ਼ਰਧਾਲੂ ਦੀ ਪਵਿੱਤਰ ਯਾਦ ਨੂੰ ਸਮਰਪਿਤ ਹੈ ਅਤੇ ਦੋਨੋਂ ਗਲਾਸ ਜੋ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਲਈ ਵਰਤੇ ਗਏ ਸਨ, ਇੱਥੇ ਸੰਭਾਲ ਕੇ ਰੱਖੇ ਹੋਏ ਹਨ। ਬਾਲ ਸਾਹਿਬਜ਼ਾਦਿਆਂ ਨੇ ਸਿੱਖ ਇਤਿਹਾਸ ਦੀਆਂ ਵੱਖ-ਵੱਖ ਸਾਖੀਆਂ ਨੂੰ ਨਿਰੰਤਰ ਸੁਣਿਆ ਅਤੇ ਮਹਾਨ ਗੁਰੂਆਂ ਦੇ ਆਦਰਸ਼ਾਂ ਤੋਂ ਪ੍ਰਭਾਵਿਤ ਹੋ ਕੇ ਕਿਹਾ, ਪਿਆਰੀ ਦਾਦੀ ਜੀ, ਅਸੀਂ ਮਹਾਨ ਗੁਰੂ ਦੇ ਮਹਾਨ ਪੁੱਤਰ ਹਾਂ। ਅਸੀਂ ਆਪਣੇ ਧਰਮ ਦੀ ਹਰ ਕੀਮਤ ਤੇ ਰਾਖੀ ਕਰਾਂਗੇ। ਅਸੀਂ ਬਹੁਤ ਭਾਗਸ਼ਾਲੀ ਹੋਵਾਂਗੇ
ਜੇਕਰ ਅਸੀਂ ਆਪਣੇ ਧਰਮ ਲਈ ਆਪਣੀਆਂ ਜਾਨਾਂ ਵਾਰਨ ਦੇ ਯੋਗ ਹੋ ਜਾਂਦੇ ਹਾਂ। ਦਾਦੀ ਮਾਂ ਨੇ ਆਪਣੇ ਪੋਤਰਿਆਂ ਦੀਆਂ ਗੱਲਾਂ ਸੁਣ ਕੇ ਬਹੁਤ ਪ੍ਰਸੰਨਤਾ ਮਹਿਸੂਸ ਕੀਤੀ ਅਤੇ ਉਹਨਾਂ ਨੂੰ ਅਸੀਸ ਦਿੱਤੀ। ਦੂਜੇ ਦਿਨ ਸਵੇਰੇ ਹੀ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਸਿਪਾਹੀ ਠੰਡੇ ਬੁਰਜ ਵਿੱਚ ਪਹੁੰਚ ਗਏ। ਉਹਨਾਂ ਨੇ ਮਾਤਾ ਗੁਜਰੀ ਜੀ ਨੂੰ ਮੱਥਾ ਟੇਕਿਆ ਅਤੇ ਕਹਿਣ ਲੱਗੇ, ਸਾਨੂੰ ਹੁਕਮ ਹੈ ਕਿ ਅਸੀਂ ਇਹਨਾਂ ਬੱਚਿਆਂ ਨੂੰ ਸੂਬੇ ਦੀ ਅਦਾਲਤ ਵਿੱਚ ਲੈ ਕੇ ਜਾਈਏ। ਮਾਤਾ ਜੀ ਨੇ ਇੱਕਦਮ ਪੁੱਛਿਆ, ਉਹਨਾਂ ਨੂੰ ਕਿਸ ਦੋਸ਼ ਵਿੱਚ ਅਦਾਲਤ ਲੈ ਕੇ ਜਾਣਾ ਹੈ? ਸਿਪਾਹੀਆਂ ਨੇ ਜਵਾਬ ਦਿੱਤਾ, ਇਹ ਸਾਨੂੰ ਨਹੀਂ ਪਤਾ, ਅਸੀਂ ਸਿਰਫ ਹੁਕਮਾਂ ਦੀ ਪਾਲਣਾ ਕਰਨੀ ਹੈ। ਦਾਦੀ ਮਾਂ ਨੇ ਦੋਵਾਂ ਬੱਚਿਆਂ ਨੂੰ ਪਿਆਰ ਕੀਤਾ ਅਤੇ ਆਸ਼ੀਰਵਾਦ ਦਿੱਤਾ। ਉਹਨਾਂ ਨੂੰ ਪਿਆਰ ਨਾਲ ਸਮਝਾਇਆ ਕਿ ਉਹ ਕਿਸੇ ਧਮਕੀ ਜਾਂ ਬੇਇਨਸਾਫੀ ਅੱਗੇ ਝੁਕਣ ਨਾ। ਸਾਹਿਬਜ਼ਾਦੇ ਉਸ ਅੱਗੇ ਸਿਰ ਝੁਕਾ ਕੇ ਸਿਪਾਹੀਆਂ ਨਾਲ ਜਾਣ ਲਈ ਤਿਆਰ ਹੋ ਗਏ, ਜੋ ਉਹਨਾਂ ਨੂੰ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਲੈ ਗਏ। ਜਦ ਸਾਹਿਬਜ਼ਾਦੇ ਕਚਹਿਰੀ ਦੇ ਨੇੜੇ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਮੁੱਖ ਦਰਵਾਜ਼ਾ ਬੰਦ ਸੀ ਅਤੇ ਉਸ ਵਿਚਲੀ ਇੱਕ ਛੋਟੀ ਜਿਹੀ ਖਿੜਕੀ ਖੁੱਲ੍ਹੀ ਸੀ। ਇਸ ਖਿੜਕੀ ਰਾਹੀਂ ਕਚਹਿਰੀ ਵਿੱਚ ਜਾਣ ਲਈ ਸਿਰ ਝੁਕਾਉਣਾ ਪੈਂਦਾ ਸੀ। ਸਾਹਿਬਜ਼ਾਦਿਆਂ ਨੇ ਬੜੀ ਹੁਸ਼ਿਆਰੀ ਨਾਲ ਪਹਿਲਾਂ ਆਪਣੇ ਪੈਰ ਅੰਦਰ ਕੀਤੇ, ਬਿਨਾਂ ਸਿਰ ਝੁਕਾਏ ਅੰਦਰ ਦਾਖਲ ਹੋ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਗਜਾ ਦਿੱਤੀ। ਕਚਹਿਰੀ ਉਹਨਾਂ ਦੇ ਜ਼ੋਰਦਾਰ ਜੈਕਾਰਿਆਂ ਨਾਲ ਗੂੰਜ ਉੱਠੀ ਅਤੇ ਸਭ ਦੀਆਂ ਨਜ਼ਰਾਂ ਗੁਰੂ ਗੋਬਿੰਦ ਸਿੰਘ ਜੀ ਦੇ ਬਹਾਦਰ ਅਤੇ ਨਿਡਰ ਪੁੱਤਰਾਂ ਉੱਪਰ ਟਿਕੀਆਂ ਹੋਈਆਂ ਸਨ। ਗੋਰੇ ਰੰਗ, ਸੁੰਦਰ ਬਸਤਰਾਂ ਵਿੱਚ, ਗਲਾਂ ਵਿੱਚ ਲਟਕਦੀਆਂ ਹੋਈਆਂ ਛੋਟੀਆਂ-ਛੋਟੀਆਂ ਕਿਰਪਾਨਾਂ ਨਾਲ ਉਹ ਬਹੁਤ ਹੀ ਪਿਆਰੇ ਲੱਗ ਰਹੇ ਸਨ। ਸਾਰੇ ਦਰਬਾਰੀ ਨਿਰੰਤਰ ਉਹਨਾਂ ਵੱਲ ਦੇਖ ਰਹੇ ਸਨ। ਸੂਬਾ ਸਰਹੰਦ ਵਜ਼ੀਰ ਖਾਨ ਨੇ ਉਹਨਾਂ ਨੂੰ ਨਿਮਰਤਾ ਨਾਲ ਸੰਬੋਧਨ ਕਰਨਾ ਸ਼ੁਰੂ ਕੀਤਾ। ਪਿਆਰੇ ਬੱਚਿਓ, ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ। ਜੇਕਰ ਤੁਸੀਂ ਵੀ ਕਲਮਾ ਪੜ੍ਹ ਕੇ ਮੁਸਲਮਾਨ ਬਣ ਜਾਂਦੇ ਹੋ ਤਾਂ ਮੁਸਲਿਮ ਕੌਮ ਨੂੰ ਬਹੁਤ ਮਾਣ ਮਹਿਸੂਸ ਹੋਵੇਗਾ। ਤੁਸੀਂ ਜੋ ਵੀ ਮੰਗੋਗੇ ਉਹ ਤੁਹਾਨੂੰ ਮਿਲੇਗਾ। ਦੋਹਾਂ ਸਾਹਿਬਜ਼ਾਦਿਆਂ ਨੇ ਉੱਤਰ ਵਿੱਚ ਗਰਜ ਕੇ ਕਿਹਾ, ਸਾਡਾ ਧਰਮ ਸਾਨੂੰ ਕਿਸੇ ਵੀ ਸੰਸਾਰੀ ਵਸਤੂ ਨਾਲੋਂ ਵੱਧ ਪਿਆਰਾ ਹੈ, ਅਸੀਂ ਉਹਨਾਂ ਨੂੰ ਤੁੱਛ ਸਮਝਦੇ ਹਾਂ। ਉਹਨਾਂ ਦਾ ਜਵਾਬ ਸੁਣ ਕੇ ਨਵਾਬ ਨੂੰ ਬਹੁਤ ਗੁੱਸਾ ਆਇਆ, ਪਰ ਉਸਨੇ ਆਪਣੇ ਗੁੱਸੇ ਨੂੰ ਕਾਬੂ ਕਰ ਲਿਆ। ਫਿਰ ਉਹ ਕਾਜ਼ੀ ਨੂੰ ਕਹਿਣ ਲੱਗਾ, ਕੀ ਤੁਸੀਂ ਇਹਨਾਂ ਬਾਗੀਆਂ ਦਾ ਰੁੱਖਾ ਜਵਾਬ ਸੁਣਿਆ ਹੈ? ਉਹਨਾਂ ਨੂੰ ਬੇਕਸੂਰ ਨਾ ਸਮਝੋ, ਉਹ ਬਾਗੀ ਦੇ ਪੁੱਤਰ ਹਨ ਅਤੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਕਾਜ਼ੀ ਨੇ ਜਵਾਬ ਦਿੱਤਾ, ਸਾਡੀ ਧਾਰਮਿਕ ਰਹਿਤ ਮਰਿਆਦਾ ਅਨੁਸਾਰ ਇਹ ਮਾਸੂਮ ਨਿਰਦੋਸ਼ ਹਨ ਅਤੇ ਅਸੀਂ ਬੱਚਿਆਂ ਨੂੰ ਉਹਨਾਂ ਦੇ ਪਿਤਾ ਦੇ ਅਪਰਾਧ ਲਈ ਸਜ਼ਾ ਨਹੀਂ ਦੇ ਸਕਦੇ। ਨਵਾਬ ਨੇ ਫਿਰ ਕਿਹਾ, ਪਰ ਉਹ ਆਪ ਵੀ ਬਾਗੀ ਹਨ, ਵੇਖੋ ਉਹ ਕਿਵੇਂ ਸਿਰ ਉੱਚਾ ਕਰਕੇ ਖੜੇ ਹਨ। ਕਾਜ਼ੀ ਨੇ ਕਿਹਾ, ਪਰ ਉਹਨਾਂ ਨੇ ਕੋਈ ਅਪਰਾਧ ਨਹੀਂ ਕੀਤਾ ਹੈ। ਕਾਜ਼ੀ ਦਾ ਜਵਾਬ ਸੁਣ ਕੇ ਵਜ਼ੀਰ ਖਾਨ ਬਹੁਤ ਹੈਰਾਨ ਹੋਇਆ। ਫਿਰ ਉਸਨੇ ਸਾਹਿਬਜ਼ਾਦਿਆਂ ਨੂੰ ਇਹ ਕਹਿ ਕੇ ਮਨਾਉਣ ਦੀ ਕੋਸ਼ਿਸ਼ ਕੀਤੀ, ਤੁਸੀਂ ਛੋਟੇ ਬੱਚੇ ਹੋ ਅਤੇ ਇਹ ਉਹ ਉਮਰ ਹੈ ਜਦ ਤੁਹਾਨੂੰ ਖਾਣਾ ਪੀਣਾ ਅਤੇ ਮੌਜ ਮਸਤੀ ਕਰਨੀ ਚਾਹੀਦੀ ਹੈ। ਸਾਡੀ ਸਲਾਹ ਸਵੀਕਾਰੋ ਅਤੇ ਮੈਂ ਤੁਹਾਨੂੰ ਬਹੁਤ ਸਾਰੀ ਜ਼ਮੀਨ ਦੇ ਦਿਆਂਗਾ। ਤੁਸੀਂ ਇੱਥੇ ਵੀ ਮੌਜ ਕਰੋਗੇ, ਪਰਲੋਕ ਵਿੱਚ ਵੀ ਆਨੰਦ ਮਾਣੋ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੇ ਨਿਡਰ ਹੋ ਕੇ ਜਵਾਬ ਦਿੱਤਾ, ਅਸੀਂ ਜ਼ੁਲਮ ਅਤੇ ਬੇਇਨਸਾਫੀ ਨਾਲ ਲੜ ਰਹੇ ਹਾਂ। ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ, ਗੁਰੂ ਤੇਗ ਬਹਾਦਰ ਜੀ ਦੇ ਪੋਤਰੇ ਹਾਂ ਅਤੇ ਗੁਰੂ ਅਰਜਨ ਦੇਵ ਜੀ ਦੇ ਖਾਨਦਾਨ ਨਾਲ ਸੰਬੰਧਿਤ ਹਾਂ। ਅਸੀਂ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਾਂਗੇ। ਅਸੀਂ ਆਪਣੇ ਧਰਮ ਦੀ ਰੱਖਿਆ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਾਂ। ਨਵਾਬ ਹੌਲੀ ਜਿਹੀ ਬੋਲਿਆ, ਵਾਹ, ਆਪਣੇ ਧਰਮ ਤੇ ਇੰਨਾ ਮਾਣ। ਦੀਵਾਨ ਸੁੱਚਾਨੰਦ, ਜੋ ਉਸ ਸਮੇਂ ਕਚਹਿਰੀ ਵਿੱਚ ਮੌਜੂਦ ਸੀ, ਉਸਨੇ ਸਾਹਿਬਜ਼ਾਦਿਆਂ ਕੋਲ ਜਾ ਕੇ ਉਹਨਾਂ ਨੂੰ ਪੁੱਛਿਆ, ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕਿੱਥੇ ਜਾਓਗੇ ਅਤੇ ਕੀ ਕਰੋਗੇ? ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੇ ਜਵਾਬ ਦਿੱਤਾ, ਅਸੀਂ ਜੰਗਲਾਂ ਵਿੱਚ ਜਾਵਾਂਗੇ, ਸਿੱਖਾਂ ਨੂੰ ਸੰਗਠਿਤ ਕਰਾਂਗੇ ਅਤੇ ਘੋੜੇ ਲੈ ਕੇ ਤੁਹਾਡੇ ਵਿਰੁੱਧ ਲੜਾਂਗੇ। ਦੀਵਾਨ ਸੁੱਚਾਨੰਦ, ਜਿਸ ਨੂੰ ਅਸਲ ਵਿੱਚ ਝੂਠਾ ਨੰਦ ਕਿਹਾ ਜਾਣਾ ਚਾਹੀਦਾ ਹੈ, ਨੇ ਫਿਰ ਉਹਨਾਂ ਨੂੰ ਕਿਹਾ, ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਪਿਤਾ ਨੂੰ ਮਾਰ ਦਿੱਤਾ ਗਿਆ ਹੈ? ਇਸ ਲਈ ਤੁਹਾਨੂੰ ਆਪਣੇ ਆਪ ਨੂੰ ਬਦਲ ਲੈਣਾ ਚਾਹੀਦਾ ਹੈ ਅਤੇ ਮਾਣਯੋਗ ਨਵਾਬ ਸਾਹਿਬ ਦੀ ਗੱਲ ਮੰਨ ਲੈਣੀ ਚਾਹੀਦੀ ਹੈ। ਦੋਵੇਂ ਸਾਹਿਬਜ਼ਾਦਿਆਂ ਨੇ ਗਰਜਦਿਆਂ ਕਿਹਾ, ਸਾਡੇ ਪਿਤਾ ਨੂੰ ਕੌਣ ਮਾਰ ਸਕਦਾ ਹੈ? ਉਹ ਹਰ ਹਾਲਤ ਵਿੱਚ ਆਪਣਾ ਬਚਾਅ ਕਰਨ ਦੇ ਸਮਰੱਥ ਹਨ। ਸਾਨੂੰ ਤੁਹਾਡੀ ਸਲਾਹ ਦੀ ਲੋੜ ਨਹੀਂ ਹੈ। ਜਦੋਂ ਤੱਕ ਇਹ ਜ਼ਾਲਿਮ ਸ਼ਾਸਨ ਖਤਮ ਨਹੀਂ ਹੋ ਜਾਂਦਾ, ਅਸੀਂ ਉਦੋਂ ਤੱਕ ਲੜਦੇ ਰਹਾਂਗੇ। ਇਹ ਸਾਡੇ ਖਾਨਦਾਨ ਦੀ ਪਰੰਪਰਾ ਹੈ। ਹਮਰੇ ਬੰਸ ਰੀਤ ਇਮਾਈ, ਸੀਸ ਦੇਤ ਪਰ ਧਰਮ ਨਾ ਜਾਈ। ਦੀਵਾਨ ਸੁੱਚਾਨੰਦ ਨੂੰ ਹੈਰਾਨੀ ਦੇ ਨਾਲ ਨਾਲ ਗੁੱਸਾ ਵੀ ਮਹਿਸੂਸ ਹੋਇਆ। ਕੁਝ ਬੜਬੜਾਉਂਦਾ ਹੋਇਆ ਉਹ ਨਵਾਬ ਕੋਲ ਆਇਆ ਅਤੇ ਕਿਹਾ, ਸੱਪ ਦੇ ਬੱਚੇ ਵੀ ਸੱਪ ਹੀ ਹੁੰਦੇ ਹਨ ਅਤੇ ਸੱਪ ਨੂੰ ਮਾਰਨਾ ਪਰ ਉਸ ਦੇ ਬੱਚਿਆਂ ਨੂੰ ਕੁਝ ਨਾ ਕਹਿਣਾ ਅਕਲਮੰਦੀ ਨਹੀਂ ਹੈ। ਬਘਿਆੜ ਦੀ ਔਲਾਦ ਵੀ ਬਘਿਆੜ ਹੀ ਹੁੰਦੀ ਹੈ। ਵੱਡੇ ਹੋ ਕੇ ਉਹ ਸਾਡੇ ਵਿਰੁੱਧ ਜ਼ਰੂਰ ਬਗਾਵਤ ਕਰਨਗੇ, ਇਸ ਲਈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਨਵਾਬ ਨੇ ਸੁੱਚਾਨੰਦ ਦੀਆਂ ਗੱਲਾਂ ਨੂੰ ਪੂਰੇ ਧਿਆਨ ਨਾਲ ਸੁਣਿਆ ਅਤੇ ਜਦ ਵਜ਼ੀਰ ਖਾਨ, ਕਾਜ਼ੀ ਅਤੇ ਸੁੱਚਾਨੰਦ ਆਪਸ ਵਿੱਚ ਇਸ ਮੁੱਦੇ ਤੇ ਵਿਚਾਰ ਵਟਾਂਦਰਾ ਕਰ ਰਹੇ ਸਨ ਤਾਂ ਸਾਹਿਬਜ਼ਾਦੇ ਇੱਕ ਦੂਜੇ ਨਾਲ ਖੁੱਲ੍ਹ ਕੇ ਅਤੇ ਨਿਡਰਤਾ ਨਾਲ ਗੱਲਾਂ ਕਰਦੇ ਅਤੇ ਹੱਸਦੇ ਰਹੇ। ਚਾਰੇ ਪਾਸੇ ਬੈਠੇ ਜਾਂ ਖੜੇ ਦਰਬਾਰੀ ਇਹ ਸੋਚ ਕੇ ਹੈਰਾਨ ਸਨ ਕਿ ਉਹਨਾਂ ਦੇ ਚਿਹਰਿਆਂ ਤੇ ਡਰ ਜਾਂ ਚਿੰਤਾ ਦਾ ਕੋਈ ਚਿੰਨ੍ਹ ਨਹੀਂ ਸੀ, ਹਾਲਾਂਕਿ ਉਹਨਾਂ ਦੀ ਜ਼ਿੰਦਗੀ ਅਤੇ ਮੌਤ ਦਾ ਮੁੱਦਾ ਚਰਚਾ ਵਿੱਚ ਸੀ।
ਨਵਾਬ ਨੇ ਕਾਜ਼ੀ ਨੂੰ ਫਿਰ ਕਿਹਾ, ਕਾਜ਼ੀ ਸਾਹਿਬ, ਕੀ ਤੁਸੀਂ ਉਹਨਾਂ ਦਾ ਅਪਮਾਨਜਨਕ ਜਵਾਬ ਸੁਣਿਆ ਹੈ? ਉਹਨਾਂ ਨੂੰ ਰਿਹਾ ਕਰਨਾ ਅਕਲਮੰਦੀ ਦੀ ਗੱਲ ਨਹੀਂ ਹੋਵੇਗੀ, ਕਿਉਂਕਿ ਉਹ ਵੀ ਆਪਣੇ ਪਿਤਾ ਵਾਂਗ ਸਾਡੇ ਵਿਰੁੱਧ ਬਗਾਵਤ ਕਰਨਗੇ। ਕਾਜ਼ੀ ਨੇ ਸੁੱਚਾਨੰਦ ਅਤੇ ਸਾਹਿਬਜ਼ਾਦਿਆਂ ਦੀ ਗੱਲਬਾਤ ਸੁਣ ਲਈ ਸੀ। ਕੁਝ ਦੇਰ ਸੋਚਣ ਤੋਂ ਬਾਅਦ ਉਹ ਖੜਾ ਹੋਇਆ ਅਤੇ ਆਪਣਾ ਫੈਸਲਾ ਸੁਣਾਇਆ। ਇਹ ਬੱਚੇ ਬਗਾਵਤ ਤੇ ਤੁਲੇ ਹੋਏ ਹਨ, ਇਹਨਾਂ ਨੂੰ ਕੰਧ ਵਿੱਚ ਜ਼ਿੰਦਾ ਚਿਣਵਾ ਦੇਣਾ ਚਾਹੀਦਾ ਹੈ। ਕਾਜ਼ੀ ਦਾ ਫੈਸਲਾ ਸੁਣ ਕੇ ਕਚਹਿਰੀ ਵਿੱਚ ਮੌਜੂਦ ਸਾਰੇ ਲੋਕ ਦੰਗ ਰਹਿ ਗਏ। ਹਾਲਾਂਕਿ ਸਾਹਿਬਜ਼ਾਦੇ ਬਿਨਾਂ ਕਿਸੇ ਡਰ ਜਾਂ ਚਿੰਤਾ ਦੇ ਖੜੇ ਸਨ, ਫਿਰ ਵੀ ਕਾਜ਼ੀ ਨੇ ਗਵਰਨਰ ਨੂੰ ਸੁਝਾਅ ਦਿੱਤਾ, ਤੁਹਾਨੂੰ ਇਹਨਾਂ ਬੱਚਿਆਂ ਨੂੰ ਮਲੇਰਕੋਟਲਾ ਦੇ ਨਵਾਬ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ। ਇਹਨਾਂ ਦੇ ਪਿਤਾ ਦੇ ਸਿਪਾਹੀਆਂ ਨੇ ਉਸਦੇ ਭਰਾ ਨੂੰ ਮਾਰਿਆ ਸੀ ਅਤੇ ਇਹਨਾਂ ਬੱਚਿਆਂ ਨੂੰ ਮਾਰ ਕੇ ਉਸ ਦਾ ਬਦਲਾ ਲਿਆ ਜਾ ਸਕਦਾ ਹੈ। ਵਜ਼ੀਰ ਖਾਨ ਨੇ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, ਸ਼ੇਰ ਮੁਹੰਮਦ ਖਾਨ, ਗੁਰੂ ਗੋਬਿੰਦ ਸਿੰਘ ਦੇ ਸਿਪਾਹੀਆਂ ਨੇ ਤੇਰੇ ਭਰਾ ਨੂੰ ਮਾਰ ਦਿੱਤਾ ਸੀ, ਹੁਣ ਤੁਹਾਡਾ ਬਦਲਾ ਲੈਣ ਦਾ ਸਮਾਂ ਆ ਗਿਆ ਹੈ। ਗੁਰੂ ਦੇ ਪੁੱਤਰ ਮੇਰੀ ਹਿਰਾਸਤ ਵਿੱਚ ਹਨ ਅਤੇ ਕਾਜ਼ੀ ਨੇ ਫੈਸਲਾ ਦਿੱਤਾ ਹੈ ਕਿ ਉਹਨਾਂ ਨੂੰ ਕੰਧਾਂ ਵਿੱਚ ਜ਼ਿੰਦਾ ਚੁਣਵਾ ਦਿੱਤਾ ਜਾਵੇ, ਇਸ ਲਈ ਉਹ ਤੁਹਾਡੇ ਹਵਾਲੇ ਕੀਤੇ ਜਾ ਰਹੇ ਹਨ। ਤੁਸੀਂ ਇਸ ਫੈਸਲੇ ਨੂੰ ਲਾਗੂ ਕਰਨਾ ਹੈ। ਇਹ ਸੁਣ ਕੇ ਸ਼ੇਰ ਮੁਹੰਮਦ ਖਾਨ ਨੂੰ ਝਟਕਾ ਲੱਗਾ ਅਤੇ ਇੱਕ ਪਲ ਲਈ ਉਹ ਇੱਕ ਸ਼ਬਦ ਵੀ ਨਾ ਬੋਲ ਸਕਿਆ ਅਤੇ ਫਿਰ ਇੱਕ ਡੂੰਘਾ ਸਾਹ ਲੈਂਦਿਆਂ ਉਸਨੇ ਕਿਹਾ, ਜਨਾਬ ਨਵਾਬ ਸਾਹਿਬ, ਇਹ ਬੇਰਹਿਮੀ ਹੈ। ਮੇਰਾ ਭਰਾ ਲੜਾਈ ਵਿੱਚ ਮਾਰਿਆ ਗਿਆ ਸੀ, ਇਹਨਾਂ ਮਾਸੂਮ ਬੱਚਿਆਂ ਦਾ ਕੀ ਕਸੂਰ ਹੈ? ਹਮਦਰਦੀ ਦੇ ਅਜਿਹੇ ਸ਼ਬਦ ਬੋਲ ਕੇ ਉਹ ਕਚਹਿਰੀ ਤੋਂ ਬਾਹਰ ਆ ਗਿਆ। ਇਸ ਤੋਂ ਬਾਅਦ ਵਜ਼ੀਰ ਖਾਨ ਨੇ ਬੱਚਿਆਂ ਨੂੰ ਠੰਡੇ ਬੁਰਜ ਵਿੱਚ ਵਾਪਸ ਲਿਜਾਣ ਦਾ ਹੁਕਮ ਦਿੱਤਾ। ਇਸ ਦੇ ਨਾਲ ਹੀ ਉਸਨੇ ਆਪਣੇ ਦਰਬਾਰੀਆਂ ਨੂੰ ਕਾਜ਼ੀ ਦੇ ਫੈਸਲੇ ਨੂੰ ਬਿਨਾਂ ਕਿਸੇ ਦੇਰੀ ਦੇ ਲਾਗੂ ਕਰਨ ਲਈ ਤੁਰੰਤ ਕੁਝ ਜੱਲਾਦਾਂ ਦਾ ਪ੍ਰਬੰਧ ਕਰਨ ਲਈ ਕਿਹਾ। ਠੰਡੇ ਬੁਰਜ ਤੇ ਪਹੁੰਚ ਕੇ ਸਾਹਿਬਜ਼ਾਦਿਆਂ ਨੇ ਆਪਣੀ ਦਾਦੀ ਮਾਂ ਨੂੰ ਕਚਹਿਰੀ ਵਿੱਚ ਵਾਪਰੀ ਸਾਰੀ ਘਟਨਾ ਬਾਰੇ ਦੱਸਿਆ। ਦਾਦੀ ਮਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਫਿਰ ਉਹਨਾਂ ਦੋਵਾਂ ਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਉਸਨੇ ਕਿਹਾ, ਮੇਰੇ ਬੱਚਿਓ, ਤੁਸੀਂ ਆਪਣੀ ਬਹਾਦਰੀ ਨੂੰ ਚੰਗੀ ਤਰ੍ਹਾਂ ਸਾਬਿਤ ਕੀਤਾ ਹੈ। ਰੱਬ ਹਮੇਸ਼ਾ ਤੁਹਾਡੇ ਨਾਲ ਹੈ। ਅਗਲੇ ਦਿਨ ਸਾਹਿਬਜ਼ਾਦਿਆਂ ਨੂੰ ਇੱਕ ਵਾਰ ਫਿਰ ਨਵਾਬ ਦੀ ਕਚਹਿਰੀ ਵਿੱਚ ਲਿਜਾਇਆ ਗਿਆ, ਜਿੱਥੇ ਉਸਨੇ ਉਹਨਾਂ ਨੂੰ ਦੁਬਾਰਾ ਪੁੱਛਿਆ, ਹਾਂ ਬੱਚਿਓ, ਹੁਣ ਤੁਹਾਡਾ ਫੈਸਲਾ ਕੀ ਹੈ? ਕੀ ਤੁਸੀਂ ਇਸਲਾਮ ਕਬੂਲ ਕਰਨ ਲਈ ਸਹਿਮਤ ਹੋ ਜਾਂ ਤੁਹਾਨੂੰ ਕੰਧ ਵਿੱਚ ਜਿੰਦਾ ਚਿਣਵਾ ਦਿੱਤਾ ਜਾਵੇ? ਦੋਵਾਂ ਸਾਹਿਬਜ਼ਾਦਿਆਂ ਨੇ ਨਿਡਰ ਹੋ ਕੇ ਉੱਤਰ ਦਿੱਤਾ, ਅਸੀਂ ਕਦੇ ਵੀ ਆਪਣਾ ਧਰਮ ਨਹੀਂ ਛੱਡਾਂਗੇ। ਉਹਨਾਂ ਦਾ ਜਵਾਬ ਸੁਣ ਕੇ ਨਵਾਬ ਨੂੰ ਹੈਰਾਨੀ ਹੋਈ। ਫਿਰ ਉਸ ਦਾ ਇੱਕ ਸੇਵਾਦਾਰ ਅੱਗੇ ਆਇਆ ਅਤੇ ਕਹਿਣ ਲੱਗਾ, ਜਨਾਬ, ਦਿੱਲੀ ਦੇ ਸ਼ਾਹੀ ਜੱਲਾਦ ਸ਼ਾਸ਼ਲ ਬੇਗ ਅਤੇ ਵਾਸ਼ਲ ਬੇਗ ਦਰਬਾਰ ਵਿੱਚ ਮੌਜੂਦ ਹਨ। ਇੱਥੇ ਉਹਨਾਂ ਦੇ ਖਿਲਾਫ ਇੱਕ ਕੇਸ ਵਿੱਚ ਸੁਣਵਾਈ ਹੈ। ਜੇਕਰ ਤੁਸੀਂ ਉਹਨਾਂ ਨੂੰ ਇਸ ਕੇਸ ਵਿੱਚੋਂ ਬਰੀ ਕਰ ਦਿੰਦੇ ਹੋ ਤਾਂ ਉਹ ਦੋਵੇਂ ਬੱਚਿਆਂ ਨੂੰ ਕੰਧ ਵਿੱਚ ਚਿਣਨ ਲਈ ਤਿਆਰ ਹਨ। ਨਵਾਬ ਨੇ ਝੱਟ ਜਵਾਬ ਦਿੱਤਾ, ਉਹ ਕੇਸ ਵਿੱਚੋਂ ਬਰੀ ਹਨ, ਬੱਚਿਆਂ ਨੂੰ ਉਹਨਾਂ ਦੇ ਹਵਾਲੇ ਕਰ ਦਿਓ। ਜੱਲਾਦ ਅੱਗੇ ਵਧੇ ਅਤੇ ਨਵਾਬ ਅੱਗੇ ਝੁਕਦੇ ਹੋਏ ਕਹਿਣ ਲੱਗੇ, ਜਿਵੇਂ ਤੁਸੀਂ ਹੁਕਮ ਦੇਵੋਗੇ ਜਨਾਬ। ਸਿਪਾਹੀ ਦੋਹਾਂ ਸਾਹਿਬਜ਼ਾਦਿਆਂ ਨੂੰ ਕਚਹਿਰੀ ਤੋਂ ਬਾਹਰ ਲਿਆਏ। ਉੱਥੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ। ਇਹ ਸੁਣ ਕੇ ਸਾਰੇ ਹੈਰਾਨ ਸਨ ਕਿ ਇਹਨਾਂ ਛੋਟੇ ਬੱਚਿਆਂ ਨੂੰ ਕੰਧ ਵਿੱਚ ਚਿਣਵਾਉਣ ਦੀ ਸਜ਼ਾ ਦਿੱਤੀ ਗਈ ਹੈ। ਹਰ ਪਾਸਿਓਂ ਇਸ ਤਰ੍ਹਾਂ ਦੀਆਂ ਟਿੱਪਣੀਆਂ ਸੁਣਨ ਨੂੰ ਮਿਲ ਰਹੀਆਂ ਸਨ। ਇਹਨਾਂ ਬੱਚਿਆਂ ਨੇ ਕੀ ਗੁਨਾਹ ਕੀਤਾ ਹੈ? ਇੰਨੀ ਬੇਇਨਸਾਫੀ, ਇੰਨਾ ਜ਼ੁਲਮ। ਦੇਖ ਭੈਣ, ਇਹ ਬੱਚੇ ਕਿੱਡੇ ਨਿਡਰ ਹਨ। ਉਹ ਗੁਰੂ ਗੋਬਿੰਦ ਸਿੰਘ ਜੀ ਦੇ ਬਹਾਦਰ ਪੁੱਤਰ ਹਨ। ਲੋਕ ਉਲਝਣ ਮਹਿਸੂਸ ਕਰ ਰਹੇ ਸਨ। ਸਿਪਾਹੀ ਉਹਨਾਂ ਨੂੰ ਬੜੀ ਤੇਜ਼ੀ ਨਾਲ ਅੱਗੇ ਵਧਾ ਰਹੇ ਸਨ। ਇਹਦੇ ਨਾਲ ਹੀ ਉਹ ਸ਼ਰਮ ਨਾਲ ਸਿਰ ਝੁਕਾ ਰਹੇ ਸਨ। ਨਿਰਦੋਸ਼ ਸਾਹਿਬਜ਼ਾਦਿਆਂ ਨੂੰ ਉਸ ਥਾਂ ਤੇ ਲਿਜਾਇਆ ਗਿਆ ਜਿੱਥੇ ਇਸ ਮਕਸਦ ਲਈ ਕੰਧ ਖੜੀ ਕੀਤੀ ਜਾਣੀ ਸੀ। ਕਾਜ਼ੀ ਵੀ ਪਹੁੰਚ ਗਿਆ। ਦੋਵੇਂ ਸਾਹਿਬਜ਼ਾਦਿਆਂ ਨੂੰ ਉਸ ਰਹੀ ਕੰਧ ਦੀ ਨੀਂਹ ਤੇ ਖੜਾ ਕੀਤਾ ਗਿਆ। ਕਾਜ਼ੀ ਨੇ ਉਹਨਾਂ ਨੂੰ ਫਿਰ ਕਿਹਾ, ਇਸਲਾਮ ਕਬੂਲ ਕਰੋ। ਤੁਸੀਂ ਆਪਣੀਆਂ ਕੀਮਤੀ ਜਾਨਾਂ ਬਿਨਾਂ ਕਿਸੇ ਕਾਰਨ ਗਵਾ ਰਹੇ ਹੋ। ਜੱਲਾਦਾਂ ਨੇ ਵੀ ਉਹਨਾਂ ਨੂੰ ਕਾਜ਼ੀ ਦੀ ਸਲਾਹ ਮੰਨਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਸਾਹਿਬਜ਼ਾਦੇ ਆਪਣੇ ਫੈਸਲੇ ਤੇ ਅੜੇ ਰਹੇ। ਇਸ ਦੀ ਬਜਾਏ ਉਹਨਾਂ ਕਿਹਾ, ਤੁਸੀਂ ਆਪਣੇ ਕੰਮ ਵਿੱਚ ਦੇਰੀ ਕਿਉਂ ਕਰ ਰਹੇ ਹੋ? ਪਾਪ ਅਤੇ ਬੁਰਾਈ ਦੀ ਕੰਧ ਨੂੰ ਤੇਜ਼ੀ ਨਾਲ ਉੱਚਾ ਕਰੋ ਤਾਂ ਕਿ ਜ਼ਾਲਮ ਮੁਗਲ ਸ਼ਾਸਨ ਤੇਜ਼ੀ ਨਾਲ ਆਪਣੇ ਅੰਤ ਨੂੰ ਪੂਰਾ ਕਰ ਸਕੇ। ਇਹ ਕਹਿ ਕੇ ਸਾਹਿਬਜ਼ਾਦਿਆਂ ਨੇ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਜੱਲਾਦਾਂ ਨੇ ਕੰਧ ਚੁੱਕਣੀ ਸ਼ੁਰੂ ਕਰ ਦਿੱਤੀ। ਜਦੋਂ ਕੰਧ ਦੀਆਂ ਇੱਟਾਂ ਉਹਨਾਂ ਦੀਆਂ ਛਾਤੀਆਂ ਤੱਕ ਪਹੁੰਚ ਗਈਆਂ, ਕਾਜ਼ੀ ਫਿਰ ਉਹਨਾਂ ਦੇ ਨੇੜੇ ਆਇਆ ਤੇ ਕਹਿਣ ਲੱਗਾ, ਦੇਖੋ ਬੱਚਿਓ, ਅਜੇ ਵੀ ਸਮਾਂ ਹੈ, ਤੁਹਾਨੂੰ ਮਾਫ ਕੀਤਾ ਜਾ ਸਕਦਾ ਹੈ। ਕਲਮਾ ਪੜੋ ਅਤੇ ਕੰਧ ਨੂੰ ਢਾਹ ਦਿੱਤਾ ਜਾਵੇਗਾ। ਪਰ ਸਾਹਿਬਜ਼ਾਦਿਆਂ ਨੇ ਜਵਾਬ ਦਿੱਤਾ, ਅਸੀਂ ਆਪਣਾ ਧਰਮ ਨਹੀਂ ਛੱਡਾਂਗੇ। ਅਸੀਂ ਮੌਤ ਤੋਂ ਬਿਲਕੁਲ ਨਿਡਰ ਹਾਂ। ਭਾਵੇਂ ਸਾਨੂੰ ਕਰੋੜਾਂ ਜਾਨਾਂ ਵੀ ਮਿਲ ਜਾਣ, ਇਹ ਸਾਡੇ ਧਰਮ ਅੱਗੇ ਮਾਮੂਲੀ ਹੋਣਗੇ। ਸਾਹਿਬਜ਼ਾਦਿਆਂ ਦਾ ਜਵਾਬ ਸੁਣ ਕੇ ਮੌਕੇ ਤੇ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ, ਜੋ ਕਿ ਕਿਸੇ ਅਚੰਭੇ ਤੋਂ ਘੱਟ ਨਹੀਂ ਹੈ। ਕਈਆਂ ਦੀਆਂ ਅੱਖਾਂ ਵਿੱਚ ਹੰਝੂ ਆ ਰਹੇ ਸਨ। ਉਹ ਬੁੜਬੁੜਾਉਂਦੇ ਕਹਿ ਰਹੇ ਸਨ, ਸੱਚਮੁੱਚ ਮਹਾਨ ਹੈ ਉਹ ਮਾਂ ਜਿਸ ਨੇ ਉਹਨਾਂ ਨੂੰ ਜਨਮ ਦਿੱਤਾ ਹੈ। ਸੱਚਮੁੱਚ ਮਹਾਨ ਹੈ ਉਹ ਪਿਤਾ। ਹੁਣ ਕੰਧ ਉਹਨਾਂ ਦੇ ਗਲਾਂ ਤੱਕ ਪਹੁੰਚ ਗਈ ਸੀ। ਦੋਵੇਂ ਸਾਹਿਬਜ਼ਾਦੇ ਇੱਕ ਦੂਜੇ ਵੱਲ ਵੇਖ ਰਹੇ ਸਨ ਅਤੇ ਕਹਿ ਰਹੇ ਸਨ, ਉਹ ਸਾਨੂੰ ਪਰਖਣਾ ਚਾਹੁੰਦੇ ਹਨ, ਪਰ ਇਹ ਨਹੀਂ ਜਾਣਦੇ ਕਿ ਗੁਰੂ ਨਾਨਕ ਤੇ ਸਿੱਖ ਰੱਬ ਤੋਂ ਬਿਨਾਂ ਕਿਸੇ ਤੋਂ ਨਹੀਂ ਡਰਦੇ।
ਗੁਰੂ ਅਰਜਨ ਦੇਵ ਜੀ ਨੇ ਲੋਹੇ ਦੀ ਅੱਗ ਵਾਂਗ ਤਪਦੀ ਤਵੀ ਤੇ ਬੈਠ ਕੇ ਸ਼ਹੀਦੀ ਪ੍ਰਾਪਤ ਕੀਤੀ। ਇਸ ਤਰ੍ਹਾਂ ਉਹਨਾਂ ਨੇ ਸਾਨੂੰ ਨਾ ਸਿਰਫ ਜਿਉਣਾ ਸਿਖਾਇਆ ਬਲਕਿ ਮਰਨਾ ਵੀ ਸਿਖਾਇਆ। ਛੋਟੇ ਸਾਹਿਬਜ਼ਾਦੇ ਨੇ ਕਿਹਾ, ਸਾਡੇ ਦਾਦਾ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਕੁਰਬਾਨੀ ਦਿੱਤੀ ਪਰ ਉਹ ਆਪਣੇ ਧਰਮ ਤੋਂ ਪਿੱਛੇ ਨਹੀਂ ਹਟੇ। ਜਲਦ ਹੀ ਅਸੀਂ ਵੀ ਉਹਨਾਂ ਕੋਲ ਪਹੁੰਚ ਜਾਵਾਂਗੇ, ਉਹ ਸਾਡਾ ਇੰਤਜ਼ਾਰ ਕਰ ਰਹੇ ਹਨ। ਕੁਝ ਦੇਰ ਬਾਅਦ ਦੋਵੇਂ ਸਾਹਿਬਜ਼ਾਦੇ ਬੇਹੋਸ਼ ਹੋ ਗਏ। ਇਹ ਦੇਖ ਕੇ ਜੱਲਾਦ ਘਬਰਾ ਗਏ ਅਤੇ ਆਪਸ ਵਿੱਚ ਸਲਾਹ ਕਰਨ ਲੱਗੇ। ਉਹ ਹੁਣ ਮੌਤ ਦੀ ਦਹਿਲੀਜ਼ ਤੇ ਹਨ, ਇਸ ਲਈ ਸਾਨੂੰ ਕੰਧ ਨੂੰ ਹੋਰ ਵਧਾਉਣ ਦੀ ਲੋੜ ਨਹੀਂ ਹੈ। ਜਿਵੇਂ ਕਿ ਰਾਤ ਪੈਣ ਵਾਲੀ ਹੈ, ਸਾਨੂੰ ਉਹਨਾਂ ਦਾ ਸਿਰ ਕਲਮ ਕਰਕੇ ਉਹਨਾਂ ਦੀ ਜ਼ਿੰਦਗੀ ਖਤਮ ਕਰ ਦੇਣੀ ਚਾਹੀਦੀ ਹੈ। ਕੰਧ ਡਿੱਗ ਪਈ। ਬੇਹੋਸ਼ ਸਾਹਿਬਜ਼ਾਦਿਆਂ ਨੂੰ ਜ਼ਮੀਨ ਤੇ ਲਿਟਾ ਕੇ ਉਹਨਾਂ ਦੇ ਸਿਰ ਕਲਮ ਕਰ ਦਿੱਤੇ ਗਏ। ਇਸ ਅਸਥਾਨ ਉੱਪਰ ਹੁਣ ਗੁਰਦੁਆਰਾ ਫਤਿਹਗੜ੍ਹ ਸਾਹਿਬ ਸੁਸ਼ੋਭਿਤ ਹੈ, ਜਿੱਥੇ ਹਰ ਸਾਲ ਦਸੰਬਰ ਦੇ ਮਹੀਨੇ ਉਹਨਾਂ ਦੇ ਸ਼ਹੀਦੀ ਪੁਰਬ ਮੌਕੇ ਲੱਖਾਂ ਸੰਗਤਾਂ ਨਤਮਸਤਕ ਹੁੰਦੀਆਂ ਹਨ। ਨੇੜੇ ਖੜੇ ਲੋਕਾਂ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸਨ ਅਤੇ ਘਬਰਾਹਟ ਵਿੱਚ ਰੋਂਦੇ ਹੋਏ ਉਹ ਕਹਿ ਰਹੇ ਸਨ, ਅਜਿਹੀ ਬੇਰਹਿਮੀ, ਇਹ ਜ਼ਾਲਮ ਹਾਕਮ ਤੇ ਕਾਜ਼ੀ ਰੱਬ ਦੀ ਕਚਹਿਰੀ ਵਿੱਚ ਕੀ ਜਵਾਬ ਦੇਣਗੇ। ਜਿਵੇਂ ਹੀ ਸਾਹਿਬਜ਼ਾਦਿਆਂ ਨੇ ਅੰਤਿਮ ਸਾਹ ਲਏ ਤਾਂ ਠੰਡੇ ਬੁਰਜ ਵਿੱਚ ਸਮਾਧੀ ਵਿੱਚ ਬੈਠੀ ਦਾਦੀ ਜੀ ਵੀ ਆਪਣੇ ਸਵਰਗੀ ਨਿਵਾਸ ਲਈ ਰਵਾਨਾ ਹੋ ਗਏ। ਜਦੋਂ ਸੁਰੱਖਿਆ ਕਰਮਚਾਰੀ ਮਾਤਾ ਜੀ ਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਦੇਣ ਲਈ ਬੁਰਜ ਵਿੱਚ ਪੁੱਜੇ ਤਾਂ ਉਹ ਪਹਿਲਾਂ ਹੀ ਪ੍ਰਮਾਤਮਾ ਦੇ ਚਰਨਾਂ ਵਿੱਚ ਨਿਵਾਸ ਕਰ ਚੁੱਕੇ ਸਨ। ਸਰਹੰਦ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਸੀ ਅਤੇ ਹਰ ਕੋਈ ਇਸ ਅਣਮਨੁੱਖੀ ਕਾਰੇ ਬਾਰੇ ਗੱਲਾਂ ਕਰ ਰਿਹਾ ਸੀ। ਲੋਕ ਕਹਿ ਰਹੇ ਸਨ, ਕੈਸਾ ਭਿਆਨਕ ਜ਼ੁਲਮ, ਦੁਨੀਆ ਵਿੱਚ ਇਸ ਤੋਂ ਪਹਿਲਾਂ ਕਦੇ ਵੀ ਇੰਨਾ ਜ਼ਾਲਮ ਅਪਰਾਧ ਨਹੀਂ ਹੋਇਆ। ਮੁਗਲਾਂ ਨੇ ਆਪਣੇ ਰਾਜ ਨੂੰ ਖੁਦ ਹੀ ਖਤਮ ਕਰ ਦਿੱਤਾ ਹੈ ਅਤੇ ਜਿਸ ਨੇ ਵੀ ਇਸ ਬਾਰੇ ਸੁਣਿਆ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ। ਉਸੇ ਰਾਤ ਦੀਵਾਨ ਟੋਡਰ ਮੱਲ, ਜੋ ਕਿ ਪੇਸ਼ੇ ਤੋਂ ਇੱਕ ਜੌਹਰੀ ਸੀ, ਵਜ਼ੀਰ ਖਾਨ ਕੋਲ ਆਇਆ ਅਤੇ ਉਸ ਨੂੰ ਬੇਨਤੀ ਕੀਤੀ, ਸਤਿਕਾਰਯੋਗ ਨਵਾਬ ਸਾਹਿਬ, ਮੈਨੂੰ ਬੱਚਿਆਂ ਅਤੇ ਉਹਨਾਂ ਦੀ ਦਾਦੀ ਮਾਂ ਦੀਆਂ ਲਾਸ਼ਾਂ ਦਾ ਸੰਸਕਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਵਜ਼ੀਰ ਖਾਨ ਨੇ ਜਵਾਬ ਦਿੱਤਾ, ਮੈਂ ਤੁਹਾਨੂੰ ਉਨੀ ਹੀ ਜ਼ਮੀਨ ਦੇ ਸਕਦਾ ਹਾਂ ਜਿੰਨੀ ਤੁਸੀਂ ਸੋਨੇ ਦੇ ਸਿੱਕੇ ਚਿਣ ਕੇ ਖਰੀਦ ਸਕਦੇ ਹੋ। ਦੀਵਾਨ ਟੋਡਰ ਮੱਲ ਨੇ ਇਸ ਨੂੰ ਧਰਮ ਦੀ ਸੇਵਾ ਕਰਨ ਦੇ ਮੌਕੇ ਵਜੋਂ ਲਿਆ ਅਤੇ ਜਾ ਕੇ ਘਰ ਵਿੱਚ ਮੌਜੂਦ ਸਾਰੇ ਸੋਨੇ ਦੇ ਸਿੱਕੇ ਲੈ ਆਇਆ। ਉਸਨੇ ਸੰਸਕਾਰ ਕਰਨ ਲਈ ਲੋੜੀਂਦੀ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਅਤੇ ਇਸ ਨੂੰ ਸੋਨੇ ਦੇ ਸਿੱਕਿਆਂ ਨਾਲ ਢੱਕ ਕੇ ਖਰੀਦ ਲਿਆ। ਫਿਰ ਪੂਰੇ ਆਦਰ ਸਤਿਕਾਰ ਨਾਲ ਉਸਨੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ। ਹੁਣ ਇਸ ਅਸਥਾਨ ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ। ਸ਼ਹਾਦਤ ਸਮੇਂ ਬਾਬਾ ਜ਼ੋਰਾਵਰ ਸਿੰਘ ਜੀ ਦੀ ਉਮਰ 9 ਸਾਲ ਸੀ, ਜਦਕਿ ਬਾਬਾ ਫਤਿਹ ਸਿੰਘ ਜੀ ਦੀ ਉਮਰ ਸਿਰਫ 7 ਸਾਲ ਸੀ। ਦੋਹਾਂ ਸਾਹਿਬਜ਼ਾਦਿਆਂ ਨੇ ਇੰਨੀਆਂ ਛੋਟੀਆਂ ਉਮਰਾਂ ਵਿੱਚ ਇੰਨੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਨਵਾਂ ਇਤਿਹਾਸ ਸਿਰਜਿਆ। ਅਸਲ ਵਿੱਚ ਉਹਨਾਂ ਦੀਆਂ ਸ਼ਹਾਦਤਾਂ ਦੁਨੀਆ ਦੇ ਇਤਿਹਾਸ ਵਿੱਚ ਬੇਮਿਸਾਲ ਹਨ। ਇਸ ਲਈ ਉਹਨਾਂ ਨੂੰ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ। ਜਿਸ ਸਮੇਂ ਇਹ ਦੁਖਦਾਈ ਘਟਨਾ ਵਾਪਰੀ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਰਾਏਕੋਟ ਨਗਰ ਵਿੱਚ ਸਨ। ਜਦੋਂ ਨੂਰੇ ਮਾਹੀ ਨੇ ਉਹਨਾਂ ਨੂੰ ਇਹ ਖਬਰ ਦਿੱਤੀ ਤਾਂ ਉਹਨਾਂ ਨੇ ਇੱਕ ਤੀਰ ਦੀ ਨੋਕ ਨਾਲ ਇੱਕ ਛੋਟੇ ਕਾਹੀ ਦੇ ਬੂਟੇ ਨੂੰ ਉਖਾੜਦਿਆਂ ਕਿਹਾ, ਹੁਣ ਮੁਗਲ ਸਮਰਾਜ ਨੂੰ ਜੜੋਂ ਪੁੱਟ ਦਿੱਤਾ ਗਿਆ ਹੈ। ਗੁਰੂ ਜੀ ਦੇ ਵੱਡੇ ਸਪੁੱਤਰ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਚਮਕੌਰ ਸਾਹਿਬ ਦੀ ਜੰਗ ਵਿੱਚ ਪਹਿਲਾਂ ਹੀ ਆਪਣੀਆਂ ਜਾਨਾਂ ਵਾਰ ਚੁੱਕੇ ਸਨ ਅਤੇ ਲੋਕ ਆਖ ਰਹੇ ਸਨ, ਆਪਣੇ 4 ਪੁੱਤਰਾਂ ਨੂੰ ਸ਼ਹੀਦ ਕਰਵਾਉਣ ਦੇ ਬਾਵਜੂਦ ਗੁਰੂ ਨੇ ਇੱਕ ਵੀ ਹੰਝੂ ਨਹੀਂ ਵਹਾਇਆ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੁੱਤਰਾਂ ਦੀ ਕੁਰਬਾਨੀ ਦੇ ਕੇ ਸਾਰੀ ਕੌਮ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ। ਕੁਝ ਸਮੇਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨਾਂਦੇੜ ਗਏ। ਉੱਥੇ ਉਹਨਾਂ ਦੀ ਮੁਲਾਕਾਤ ਮਾਧੋ ਦਾਸ ਬੈਰਾਗੀ ਨਾਲ ਹੋਈ, ਜਿਸ ਨੂੰ ਉਹਨਾਂ ਨੇ ਅੰਮ੍ਰਿਤ ਛਕਾ ਕੇ ਬਾਬਾ ਬੰਦਾ ਸਿੰਘ ਬਹਾਦਰ ਵਜੋਂ ਉਭਰਨ ਦੀ ਤਾਕਤ ਬਖਸ਼ੀ। ਗੁਰੂ ਜੀ ਤੋਂ ਪ੍ਰੇਰਣਾ ਅਤੇ ਤਾਕਤ ਪ੍ਰਾਪਤ ਕਰਕੇ ਉਸਨੇ ਸਰਹੰਦ ਉੱਤੇ ਹਮਲਾ ਕੀਤਾ ਅਤੇ ਸ਼ਹਿਰ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਵਜ਼ੀਰ ਖਾਨ ਅਤੇ ਉਸਦੇ ਸਾਰੇ ਸਮਰਥਕ ਮਾਰੇ ਗਏ। ਮੁਗਲ ਸ਼ਾਸਨ ਨੂੰ ਭਾਰੀ ਸੱਟ ਵੱਜੀ। ਉਸਨੇ ਇੱਕ ਸੁਤੰਤਰ ਸਿੱਖ ਰਾਜ ਦੀ ਸਥਾਪਨਾ ਕੀਤੀ। ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਇੱਕ ਸਿੱਕਾ ਚਲਾਇਆ। ਦੇਗ ਤੇਗ ਫਤਿਹ ਸ਼ਬਦਾਂ ਦੇ ਨਾਲ ਮੋਹਰ ਦੀ ਵਰਤੋਂ ਕੀਤੀ। ਰਾਸ਼ਟਰੀ ਹਿੰਦੀ ਕਵੀ ਮੈਥਿਲੀ ਸ਼ਰਨ ਗੁਪਤਾ ਆਪਣੇ ਮਹਾਕਾਵ ਭਾਰਤ ਭਾਰਤੀ ਵਿੱਚ ਲਿਖਦਾ ਹੈ, ਜਿਸ ਕੁਲ ਜਾਤ के बच्चे दे सकते यूं बलिदान, उसका वर्तमान कुछ भी हो भविष्य है महान। अल्लाह यार खां जोगी एक नामवर मुसलमान कवि साहबजादियां दी शहादत बारे लिखता है, हम जान दे के अपनी औरों की जानें बचा चले, सिक्खी की नींव हम हैं सिरों पर उठा चले, गुरियाई का है किस्सा जहाँ में बड़ा चले, सिंहों की सल्तनत का है पौधा लगा चले, गद्दी से ताजो तख्त बस अब कौम पाएगी, दुनिया से जालिमों का निशान तक मिटाएगी, दुनिया से जालिमों का निशान तक मिटाएगी।